ਇਹ ਜੋ ਵੀਡੀਓ ਕਲਿੱਪ ਗਰੁੱਪਾਂ ਅੰਦਰ ਪਾਈ ਹੈ, ਇਹਨਾਂ ਪ੍ਰਚਾਰਕਾਂ ਨੂੰ ਸੁਣ ਕੇ ਹੈਰਾਨਗੀ ਹੁੰਦੀ ਹੈ ਵੀ ਜੋ ਇਹ ਕਹਿ ਰਹੇ ਹਨ ਇਹਨਾਂ ਦੇ ਆਪਣੇ ਜੀਵਨ ਦੇ ਵਿੱਚ ਨਹੀਂ ਘਟਿਆ ਹੈ। ਤੇ ਕਹਿ ਕਿਉਂ ਰਹੇ ਹਨ? ਫਿਰ ਇਹਨਾਂ 'ਤੇ ਦਇਆ ਆਉਂਦੀ ਹੈ ਵੀ ਜਿਨ੍ਹਾਂ ਨੂੰ ਇਹ ਉਪਦੇਸ਼ ਦੇ ਰਹੇ ਹਨ, ਭਾਵੇਂ ਉਹ ਗੁਰੂਆਂ ਦਾ ਹੀ ਹੈ, ਖਿਆਲ ਵਿੱਚ ਰੱਖਿਓ। ਅਗਰ ਕੋਈ ਵਿਚਾਲੇ ਵਿਚੋਲਾ ਬਣ ਕੇ ਦੇ ਰਿਹਾ ਹੈ ਨਾ, ਤੇ ਉਹ ਆਪ ਮੁਕਤ ਨਹੀਂ ਹੈ, ਆਪ ਬੰਧਨ ਦੇ ਵਿੱਚ ਹੈ, ਤੇ ਉਸ ਉਪਦੇਸ਼ ਦੁਆਰਾ ਦੂਸਰਿਆਂ ਨੂੰ ਵੀ ਬੰਧਨ ਵਿੱਚ ਪਾਵੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸੇ ਕਾਰਨ ਹੀ ਪੁਰਾਣੇ ਸਮਿਆਂ ਦੇ ਵਿੱਚ ਪੰਡਤਾਂ ਦਾ ਜ਼ਿਆਦਾ ਵਿਰੋਧ ਕੀਤਾ ਸੀ ਸਤਿਪੁਰਖਾਂ ਨੇ। ਹੁਣ ਹੈ ਤੇ ਉਹ ਵੀ ਵਿਦਵਾਨ ਸਨ, ਪ੍ਰਚਾਰਕ ਸਨ, ਤੇ ਜੋ ਵੀ ਬੋਲ ਰਹੇ ਸਨ ਉਹ ਉਹਨਾਂ ਦਾ ਲਿਖਿਆ ਹੋਇਆ ਬੋਲ ਰਹੇ ਸਨ ਜਿਨ੍ਹਾਂ ਨੇ ਜਾਣਿਆ ਸੀ। ਤੇ ਹੁਣ ਜਿਹੜੇ ਪ੍ਰਚਾਰਕ ਹਨ ਹੁਣ ਵੀ ਉਹੋ ਹੀ ਬੋਲ ਰਹੇ ਹਨ ਜਿਨ੍ਹਾਂ ਨੇ ਜਾਣਿਆ ਸੀ, ਤੇ ਉਹਨਾਂ ਦਾ ਹੀ ਬੋਲ ਰਹੇ ਹਨ ਲਿਖਿਆ ਹੋਇਆ। ਕਹਿ ਤੇ ਉਹੋ ਹੀ ਰਹੇ ਹਨ ਜੋ ਠੀਕ ਹੈ। ਪਰ ਜਿਹੜਾ ਕਹਿਣ ਵਾਲਾ ਹੈ ਨਾ, ਅਗਰ ਉਹ ਜੋ ਕਹਿ ਰਿਹਾ ਹੈ ਉਹਦੇ ਆਪਣੇ ਜੀਵਨ ਵਿੱਚ ਨਹੀਂ ਘਟਿਆ ਹੈ, ਤੇ ਉਹ ਦੂਸਰੇ ਨੂੰ ਅਗਰ ਕਵੇਗਾ ਵੀ ਤਾਂ ਉਹਨੂੰ ਵੀ ਬੰਧਨ ਦੇ ਵਿੱਚ ਹੀ ਪਾਵੇਗਾ। ਇਹ ਗੱਲ ਧਾਰਮਿਕ ਲੋਕਾਂ ਦੇ ਆਮ ਸਾਧਾਰਣਤଃ ਖਿਆਲ ਵਿੱਚ ਨਹੀਂ ਆਉਂਦੀ ਹੈ। ਉਹ ਸੋਚਦੇ ਹਨ ਵੀ ਪ੍ਰਚਾਰਕ ਪ੍ਰਚਾਰ ਕਰਦੇ ਹਨ, ਅਤੇ ਪ੍ਰਚਾਰਕ ਕਹਿੰਦੇ ਵੀ ਹਨ ਵੀ ਅਸੀਂ ਗੁਰੂਆਂ ਦਾ ਪ੍ਰਚਾਰ ਕਰਦੇ ਹਾਂ, ਗੁਰੂਆਂ ਦੇ ਉਪਦੇਸ਼ ਦਾ ਪ੍ਰਚਾਰ ਕਰਦੇ, ਅਸੀਂ ਉਹਨਾਂ ਦੀ ਬਾਣੀ ਦਾ ਪ੍ਰਚਾਰ ਕਰਦੇ, ਕਹਿੰਦੇ ਹਨ ਨਾ। ਪਰ ਜਿਨ੍ਹਾਂ ਦੀ ਬਾਣੀ ਜਾਂ ਜਿਨ੍ਹਾਂ ਦੇ ਉਪਦੇਸ਼ਾਂ ਦਾ ਉਹ ਪ੍ਰਚਾਰ ਕਰ ਰਹੇ ਹਨ ਨਾ, ਅਗਰ ਉਹਨਾਂ ਦੇ ਜੀਵਨ ਵਿੱਚ ਨਹੀਂ ਘਟਿਆ ਹੈ, ਅਤੇ ਜਿਨ੍ਹਾਂ ਨੂੰ ਕਹਿ ਰਹੇ ਹਨ ਉਹਨਾਂ ਨੂੰ ਹੀ ਵੈਸੇ ਹੀ ਉਹ ਬੰਧਨਾਂ ਵਿੱਚ ਪਾਉਣਗੇ ਜੈਸੇ ਬੰਧਨਾਂ ਦੇ ਵਿੱਚ ਆਪ ਪਏ ਹੋਏ ਹਨ। ਅਤੇ ਸਾਰੇ ਹੀ ਪ੍ਰਚਾਰਕ ਜ਼ਿਆਦਾਤਰ ਕਿਸੇ ਢੰਗ ਨਾਲ ਵੀ ਕੋਈ ਪ੍ਰਚਾਰ ਕਰ ਰਿਹਾ ਹੈ, ਉਹ ਹੀ ਸੰਸਾਰਿਕ ਬੰਧਨਾਂ ਦੇ ਨਾਲ ਬੰਧਿਆ ਹੋਇਆ ਹੈ। ਅਤੇ ਦੂਸਰੇ ਨੂੰ ਜੋ ਵੀ ਉਪਦੇਸ਼ ਦੇਵੇਗਾ, ਭਾਵੇਂ ਕਿੱਡਾ ਵੀ ਵਧੀਆ ਸੁੰਦਰ ਢੰਗ ਨਾਲ ਵੀ ਕਿਉਂ ਨਹੀਂ ਦੇ ਰਿਹਾ ਹੈ, ਕੋਈ ਵੱਡੇ ਵੱਡੇ ਪ੍ਰਚਾਰਕ ਹਨ ਜਿਹੜੇ ਤੁਸੀਂ ਦੇਖ ਰਹੇ ਹੋ, ਉਹ ਵੀ ਬੰਧਨਾਂ ਦੇ ਵਿੱਚ ਹੀ ਪਏ ਹੋਏ ਹਨ। ਪਰ ਜਿਨ੍ਹਾਂ ਨੂੰ ਸੁਣਾ ਰਹੇ ਹਨ ਉਹਨਾਂ 'ਤੇ ਵੀ ਅਸਰ ਇਸੇ ਕਰਕੇ ਨਹੀਂ ਹੁੰਦਾ ਹੈ ਕਿਉਂਕਿ ਆਪ ਬੰਧਨ ਦੇ ਵਿੱਚ ਹਨ। ਅਤੇ ਜਿਹੜਾ ਬੰਧਨ ਦੇ ਵਿੱਚ ਹੈ ਉਹ ਉਪਦੇਸ਼ ਵੀ ਇਸ ਢੰਗ ਨਾਲ ਕਰੇਗਾ ਵੀ ਦੂਸਰੇ ਨੂੰ ਵੀ ਬੰਧਨ ਵਿੱਚ ਹੀ ਪਾਵੇਗਾ। ਇਸ ਕਰਕੇ ਦੇਖੋ ਤੁਸੀਂ ਕੋਈ ਵੀ ਪ੍ਰਚਾਰਕ, ਸੰਸਾਰ ਅਸੱਤ ਹੈ, ਝੂਠ ਹੈ, ਮਿਥਿਆ ਹੈ, ਕੂੜ ਹੈ, ਵਿਅਰਥ ਹੈ, ਛੱਡਣਾ ਹੈ, ਧਿਆਨ ਹਟਾਉਣਾ ਹੈ, ਨਹੀਂ ਕਹਿੰਦਾ ਹੈ। ਇਹ ਝੂਠ ਹੈ, ਕਹਿੰਦਾ ਨਹੀਂ ਹੈ। ਅਗਰ ਉਹ ਐਸੇ ਸ਼ਬਦਾਂ ਦੀ ਵਿਚਾਰ ਵੀ ਕਰਦਾ ਹੈ ਨਾ, ਤਾਂ ਉਹ ਵੀ ਉੱਪਰੋਂ ਹੀ
क्योंकि आप बंधिया होया है ना संसार नाल। वो किवें कह दे झूठ है। अगर झूठ कह दे तो उसदे बच्चे भी झूठ, परिवार भी झूठ, जिहदे पिछे वो भज रहा है दिन रात, प्रचार कर रहा है। काहदे वास्ते कर रहा है वो प्रचार? अपने परिवार वास्ते, बच्चों वास्ते, उन्होंने उपजीविका वास्ते जा रहे हैं ना बाहर। तो जा रहे हैं बाहर बंधे होए। ते कह रहे हैं भी साडे सतगुरां ने कहा है, पहला मरण कबूल जीवन की छड़ियास, हो सबन की रेण का, ता आओ हमारे पास। पर ये कह रहे हैं कि सतगुरां ने ऐसा किया है, पर आप कर नहीं रहे हैं। हुण ख्याल करो तुसीं ये शब्द दा ही, इस उपदेश दा ही, जीवन की छड़े आस, पहला मरण कबूल। ਜਿਹੜਾ जीवन की आस छड्ड दिंदा है उन्हें ही मरना कबूल कर लिया। पर इन्हों अपने जीवन की आस नहीं है, इन्हों अपने परिवार नूं जिवाउण दी भी आसा है, इच्छा है कह ली। हुण जिन्ने भी प्रचारक हैं तुसीं उन्हां नूं पुछ के देख लो, वो काहदे वास्ते प्रचार कर रहे हैं? अपने परिवार वास्ते, अपने परिवार के निर्वाह वास्ते। कई डेरेदार हैं, उन्होंने डेरे चलाने हैं, तो कईयां ने होर कोई काम कार चलाने हैं। कोई ना कोई कारण है पिछे, लोभ है पिछे, पिछे कोई बंधन है, कोई डेरे दा है जां घर दा है जां परिवार दा है, उहदे करके लगे हैं ना प्रचार कर। ते अपने बच्चों नूं जवाउण वास्ते, उन्हां दी उपजीविका वास्ते, अपनी इच्छा नहीं है, अपणियां नूं जवाउण दी इच्छा की खातर ही बाहर प्रचार कर रहे हैं। तो पहलां तो अपणियां नूं जवाउण दी इच्छा समाप्त होवेगी, फिर यह अपने जीवन की इच्छा समाप्त होवेगी। ये गल ख्याल विच रखो। इस कारण कहना हाँ मैं अक्सर भी, पहला बाहरों ध्यान हटेगा तुहाडा, फिर अपने शरीर वालों हटेगा। अगर बाहर जिन्हां नाल तुसीं जुड़े हो उन्हां वालों ध्यान नहीं हटिया तो शरीर वालों नहीं हटेगा। तो उन्हां नाल जुड़े क्यों हो? सिर्फ अपने हन, मेरे हन, ममता है, इहो ही मोहनी है, इहो ही माया है। इन्हां नूं तुसीं जवाउणा चाहुंदे हो। अपणियां दी खातिर किन्ना नहीं बंदा भजदा है, दौड़दा है। इन्हां नूं भी बहुत दौड़ना पैंदा है। एक प्रचारक कह भी रहा सी, कहंदा जिवें आम गिरस्ती लोग हन, उन्हां दीयां पत्नियां घर चंगा चाहुंदियां हन रहण वास्ते, साडियां भी चाहुंदियां हन, साडे बच्चे भी चाहुंदे हन वधिया टैलीफोन होवे हत्थ दे विच, साडे बच्चे भी चाहुंदे हन कार होवे, वधिया सवारी हो। गल ते उन्हें ठीक कही, तो उन्हां दी चाहत पूरी करन वास्ते इन्हां नूं भी भज दौड़ करनी पैंदी है ना। ते भज दौड़ करन काहदे वास्ते रहे हैं? उन्हां दीयां ख्वाहिशां पूरीआं करन वास्ते। जिवें तुसीं वाल्मीकि दी कहानी पढ़ लैंदे हो ना, तो दूसरिਆਂ ਨੂੰ ਲੁੱਟਦਾ ਸੀ ਰਸਤੇ ਦੇ ਵਿੱਚ।
ਉਹਨਾਂ ਦਾ ਧਨ ਖੋਹ ਲੈਂਦਾ ਸੀ। ਅਤੇ ਇਹ ਜਿਹੜੇ ਪ੍ਰਚਾਰਕ ਹਨ ਇਹ ਕੀ ਕਰ ਰਹੇ ਹਨ? ਇਹਨਾਂ ਨੂੰ ਇਹ ਗੁਰੂਆਂ ਦੀ ਗੱਲ ਸੁਣਾ ਕੇ ਲੋਕਾਂ ਦੀ ਜੇਬਾਂ ਦੇ ਵਿੱਚੋਂ ਧਨ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਰਹੇ ਆ। ਲੋਕਾਂ ਦੇ ਮੂੰਹ 'ਚ ਟੁਕੜੇ ਕੱਢ ਕੇ ਗੈਲੀ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਰਹੇ। ऐसा ही हो रहा है ना। पर ऐसा भी नहीं है जैसे यह प्रचारक, मैनू ख्याल है एक बार मेरे को आया सी तो उदों इहो ही गल होई सी भी परिवार वास्ते तो कुछ करना ही पवेगा ना। तो मैं इनू कहा सी भी परिवार वास्ते उन्ना ही करो जिन्ना जरूरी है, जिन्ने क नाल गुजारा हो सकता है। उन्ना ही करो। पर ओहो ही बोलो जो तुहाडे जीवन दे विच तुहाडे जीवन दे अनुकूल है। वो ना बोलो जो तुसी जानते नहीं हो, वो पाप है। ये सारिਆਂ ਨੂੰ ਵੱਡਾ पाप है। दरअसल आम ख्याल है ना अधार्मिक ਜਿਹੜੇ ਹਨ ਉਹ ਜ਼ਿਆਦਾ ਨੁਕਸਾਨ ਕਰਦੇ ਹਨ ਦੁਨੀਆ ਦੇ। ਨਹੀਂ, ਧਾਰਮਿਕ ਪ੍ਰਚਾਰਕ ਜ਼ਿਆਦਾ ਨੁਕਸਾਨ ਕਰਦੇ ਹਨ ਦੁਨੀਆ ਦਾ, ਸਭ ਤੋਂ ਜ਼ਿਆਦਾ ਨੁਕਸਾਨ, ਕਿਉਂਕਿ ਉਹ ਜਾਣਦਾ ਨਹੀਂ ਹੈ, ਕਹਿ ਰਿਹਾ ਹੈ। तो ना जानन करके जो किया होया है ना ਉਹਦਾ गलत असर ਹੁੰਦਾ है। ਹੁਣ ਇਹਨਾਂ ਪੰਕਤੀਆਂ ਦਾ असर गलत ਹੁੰਦਾ है। लोग नौजवान ਜਿਹੜੇ ਹਨ ऐसा प्रचार सुन के ਤਿਆਰ ਹੋ ਜਾਂਦੇ ਹਨ ਲੜਨ ਵਾਸਤੇ ਦੂਸਰਿਆਂ ਦੇ ਨਾਲ। ਅਸੀਂ ਮਰਨੋਂ ਨਹੀਂ ਡਰਦੇ। ਇਹਦਾ ਅਰਥ ਹੀ ਗਲਤ ਕਰ ਲੈਂਦੇ ਹਨ ਨਾ। ਅਸੀਂ ਮਰਨੋਂ ਨਹੀਂ ਡਰਦੇ, ਅਸੀਂ ਸੂਰਮੇ ਹਾਂ, ਅਸੀਂ ਮਰਨਾ ਕਬੂਲ ਕਰ ਲਿਆ, ਅਸੀਂ ਤੁਰ ਪਏ ਕਿਰਪਾਨਾਂ ਕੱਢ ਕੇ ਦੂਸਰਿਆਂ ਨੂੰ ਮਾਰਨ। ये अर्थ थोड़ी है। अर्थ तो यह है भी जीवन की इच्छा छड्डनी है। तो जीवन की इच्छा तां ही छुटेगी जिन्होंने तुसी बाहरों चंबड़े होए हो ना, उन्हों के जीवन की इच्छा छड्डो। पहले उन्होंने जवाउण की इच्छा छड्डो। तुसी कौन हुंदे हो जवाउण वाले? तुसी रिजक दे रहे हो, परमात्मा दे रहा। पर भजे तुसी फिरदे हो दिन रात। ख्याल रखो, मैं ऐसा नहीं निंदा कर रहा हाँ, मैं हथ जोड़ के सारे प्रचारकों को बेनती करदा हाँ, तुसी ख्याल करो थोड़ा जिहा, तवज्जो दिओ। तुसी जो कह रहे हो ये तुहाडे जीवन च घटदा है। तुसी ते मोह माया दे पिछे भजे दिन रात फिरदे ते अपणिआं दी खातर भजे फिरदे। तो किन्ना लालच करते हैं प्रचारक। तो इन्हां च भी उदां ही रिश्वत हुंदी है, लैंदे हन जिवें बाहर संसार दे विच एक दूसरे को इनू ये दसवंध कह दिंदे हन। जिवें मैनूं याद है ਇੱਥੇ ਲਾਗੇ ਇੱਕ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਸੀ ਕਿਸੇ ਪ੍ਰੇਮੀ ਨੇ ਕਰਵਾਉਣਾ। ਤਾਂ ਕਹਿੰਦਾ ਤੁਸੀਂ ਰਾਗੀ ਸਿੰਘ ਨੂੰ ਕਹਿ ਦਿਓ, ਤੁਸੀਂ ਜਾਣਦੇ ਹੋ। ਮੈਂ ਕਿਹਾ ਠੀਕ ਹੈ। ਮੈਂ ਸੇਵਾਦਾਰ ਨੂੰ ਕਿਹਾ ਵੀ ਤੂੰ ਕਹਿ ਦੇ ਰਾਗੀ ਸਿੰਘ। ਉਹ ਪਾਠੀ ਸਿੰਘ ਕੁਦਰਤੀ ਲਾਗੇ ਬੈਠਾ ਹੈ। ਪਾਠੀ ਸਿੰਘ ਕਹਿੰਦਾ ਜੀ ਮੈਂ ਕਹਿ ਦਿੰਦਾ, ਤਾਂ ਤੁਸੀਂ ਕਿਉਂ ਕਹਿਣਾ? ਉਹ ਰਾਗੀ ਸਿੰਘ ਨੇ ਉਸ ਕੀਰਤਨ ਜਥੇ ਨੂੰ ਸੱਦ ਲਿਆ। ਜਦੋਂ ਕੀਰਤਨ ਹੋਇਆ ਬਾਅਦ ਵਿੱਚ ਮੈਨੂੰ ਮਿਲਣ ਵਾਸਤੇ ਰਾਗੀ ਸਿੰਘ ਆਏ। ਉਹ ਕਹਿੰਦੇ ਵੀ ਤੁਸੀਂ ਆਪ ਫੋਨ ਕਰਿਆ ਕਰੋ ਸਾਨੂੰ ਡਾਇਰੈਕਟ, ਉਹਦੇ ਕੋਲ ਨਾ ਕਰਵਾਇਆ ਕਰੋ ਗ੍ਰੰਥੀ ਕੋ, ਪਾਠੀ ਕੋ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਫਿਰ ਪਾਠੀ ਸਿੰਘ ਨੂੰ ਹਿੱਸਾ ਦੇਣਾ ਪੈਂਦਾ। ਉਹ ਕਹਿੰਦਾ ਹੈ ਮੈਂ ਤੁਹਾਨੂੰ ਸੱਦਿਆ ਟੈਲੀਫੋਨ ਕਰਕੇ, ਮੇਰਾ ਹਿੱਸਾ ਇੱਥੇ ਰੱਖੋ। ਦੇਖੋ
ਹੁਣ ਜਿਹਨੂੰ ਲਾਲਚ ਹੈ, ਖਿਆਲ ਰੱਖੋ, ਘਰ ਪਰਿਵਾਰ ਨੂੰ ਚਲਾਉਣਾ ਹੈ, ਬਹੁਤ ਜ਼ਿੰਮੇਵਾਰੀਆਂ ਹਨ, ਬਹੁਤ ਉੱਦਾਂ ਹੀ ਉਹਨਾਂ ਦੀਆਂ ਘਰ ਵਾਲੀਆਂ ਧਨ ਪੈਸਾ ਮੰਗਦੀਆਂ ਹਨ। ਜਿੱਦਾਂ ਤੁਸੀਂ ਆਮ ਗ੍ਰਸਤੀਆਂ ਦੀਆਂ ਦੇਖਦੇ ਹੋ, ਜਿਹਦੇ ਕੋਲ ਨਹੀਂ ਹੈ ਪੈਸੇ ਤਾਂ ਉਹਨਾਂ ਨੂੰ ਫਿਰ ਕਰਨਾ ਪੈਂਦਾ ਹੈ ਬਹੁਤ ਕੁਛ, ਲੋਭ ਲਾਲਚ ਵਾਸਤੇ। ਤੇ ਇਹ ਵੈਸੇ ਹੀ ਹਨ ਜੈਸਾ ਸੰਸਾਰ ਇਹ ਹੈ। ਇਹ ਵੀ ਵੈਸਾ ਹੀ ਧੰਦਾ ਕਰ ਰਹੇ ਹਨ ਜੈਸਾ ਸੰਸਾਰੀ ਧੰਦਾ ਕਰ ਰਿਹਾ ਹੈ। ਉਹ ਵੀ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਕੋਈ ਕੰਮ ਕਰਦਾ ਹੈ, ਇਹ ਵੀ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਇਹ ਕੰਮ ਕਰ ਰਹੇ ਹਨ ਧਾਰਮਿਕ। ਪਰ ਇੱਥੇ ਇੱਕ ਭਰਮ ਪੈਦਾ ਹੋ ਜਾਂਦਾ ਵੀ ਇਹ ਧਾਰਮਿਕ ਬਣ ਬੈਠਦੇ ਹਨ। ਇਹਨਾਂ ਦੇ ਅੰਦਰ ਉਹ ਅਹਮ ਭਾਵ ਆ ਜਾਂਦਾ ਵੀ ਅਸੀਂ ਕੁਛ ਬਣ ਗਏ। ਅਤੇ ਉਹ ਹੰਕਾਰ ਜਿਹੜਾ ਹੈ ਨਾ ਫਿਰ ਝੁਕਣ ਨਹੀਂ ਦਿੰਦਾ ਹੈ। ਕਹਿ ਰਹੇ ਹਨ ਹੋ ਸਭਨਾ ਕੀ ਰੇਣਕਾ, ਪਰ ਇਹ ਝੁਕ ਸਕਦੇ ਹਨ? ਜਿੱਡੇ ਜਿੱਡੇ ਵੱਡੇ ਇਹਨਾਂ ਨੇ ਦਮਾਲੇ ਬੱਧੇ ਹਨ, ਕਦੇ ਵੀ ਨਹੀਂ, ਕਦੇ ਵੀ ਨਹੀਂ, ਕਦੇ